तो दोस्तों सत श्री अकाल। आप जी का चैनल उपर निघा स्वागत है। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਭਗਤ ਕਬੀਰ ਜੀ ਦੇ ਜੀਵਨ ਬਾਰੇ। ਉਹਨਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ ਗੁਰੂਆਂ ਨੇ ਉਹਨਾਂ ਦੀ ਬਾਣੀ ਉੱਪਰ ਮੋਹਰ ਲਗਾਈ ਹੈ। ਪਰ ਜ਼ਿਆਦਾਤਰ ਸੰਗਤਾਂ ਉਹਨਾਂ ਦੇ ਜੀਵਨ ਬਾਰੇ ਨਹੀਂ ਜਾਣਦੀਆਂ, ਕਿਉਂਕਿ ਉਹਨਾਂ ਦੇ ਜੀਵਨ ਬਾਰੇ ਕਿਤਾਬਾਂ ਅਤੇ ਵੀਡੀਓਜ਼ ਬਹੁਤ ਘੱਟ ਮਿਲਦੀਆਂ ਹਨ। ਇਸ ਵੀਡੀਓ ਵਿੱਚ ਉਹਨਾਂ ਦੇ ਜੀਵਨ ਬਾਰੇ ਝਾਤ ਮਾਰਾਂਗੇ, ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਅਤੇ ਹੋਰਨਾਂ ਸੰਗਤਾਂ ਤੱਕ ਇਹ ਵੀਡੀਓ ਪਹੁੰਚਾਉਣ ਲਈ ਸੇਵਾ ਵੀ ਨਿਭਾਉਣੀ ਜੀ। ਸੋ ਸ਼ੁਰੂ ਕਰਦੇ ਹਾਂ। ਭਗਤ ਕਬੀਰ ਜੀ। ਭਗਤ ਕਬੀਰ ਜੀ ਮੱਧਕਾਲ ਦੇ ਕ੍ਰਾਂਤੀਕਾਰੀ ਭਗਤ ਹੋਏ ਹਨ। ਇਹਨਾਂ ਨੇ ਉੱਤਰੀ ਭਾਰਤ ਵਿੱਚ ਭਗਤੀ ਲਹਿਰ ਦੀ ਅਗਵਾਈ ਕੀਤੀ ਅਤੇ ਨਿਰਗੁਣਵਾਦੀ ਭਗਤੀ ਭਾਵਨਾ ਦਾ ਪ੍ਰਚਾਰ ਕੀਤਾ। ਇਹਨਾਂ ਦਾ ਜਨਮ 1398 ਈਸਵੀ ਜੇਠ ਸੁਦੀ 15/1455 ਬਿਕਰਮੀ ਵਿੱਚ ਹੋਇਆ। ਰਵਾਇਤ ਅਨੁਸਾਰ ਕਿਸੇ ਵਿਧਵਾ ਬ੍ਰਾਹਮਣੀ ਨੇ ਇਹਨਾਂ ਨੂੰ ਜਨਮ ਦੇ ਕੇ ਸਮਾਜਿਕ ਕਰੋਪੀ ਤੋਂ ਬਚਣ ਲਈ ਬਨਾਰਸ ਦੇ ਨੇੜੇ ਲਹਿਰ ਤਲਾਬ ਦੇ ਕੰਢੇ ਛੱਡ ਦਿੱਤਾ, ਜਿੱਥੋਂ ਨੀਰੂ ਨਮੰਤਰ ਅਲੀ ਨਾਮ ਦੇ ਇੱਕ ਨਿਰਸੰਤਾਨ ਮੁਸਲਮਾਨ ਜਲਾਹੇ ਨੇ ਘਰ ਚੁੱਕ ਲਿਆਂਦਾ ਅਤੇ ਉਸ ਦੀ ਪਤਨੀ ਨੀਮਾ ਨੇ ਪੁੱਤਰ ਵਾਂਗ ਪਾਲਿਆ ਅਤੇ ਵੱਡਾ ਹੋਣ ਤੇ ਕਬੀਰ ਨਾਮ ਰੱਖਿਆ ਗਿਆ। ਇਹਨਾਂ ਦੀ ਪਾਲਣਾ ਇਸਲਾਮਿਕ ਪਿਛੋਕੜ ਵਿੱਚ ਹੋਈ, ਕਿਉਂਕਿ ਸੰਸਕਾਰਾਂ ਕਰਕੇ ਇਹ ਹਿੰਦੂ ਅਥਵਾ ਬ੍ਰਾਹਮਣ ਸਨ। ਇਸ ਕਰਕੇ ਇਹਨਾਂ ਦੀ ਬਾਣੀ ਵਿੱਚ ਹਿੰਦੂ ਅਤੇ ਇਸਲਾਮੀ ਸੰਸਕ੍ਰਿਤੀ ਦਾ ਮਿਸ਼ਰਣ ਮਿਲਦਾ ਹੈ। ਭਗਤ ਕਬੀਰ ਦੇ ਸਮੇਂ ਪ੍ਰੋਹਤਾਈ ਕਰਮਕਾਂਡ ਦਾ ਬੋਲਬਾਲਾ ਸੀ। ਧਾਰਮਿਕ ਰਸਮਾਂ ਦੇ ਕਾਰਨ ਕਰਾਉਣ ਵਿੱਚ ਬ੍ਰਾਹਮਣਾਂ ਦੀ ਇਜਾਰੇਦਾਰੀ ਸੀ। ਇਸ ਕਰਕੇ ਸਥਾਨਕ ਜਨਤਾ ਇਹਨਾਂ ਤੋਂ ਬੇਜ਼ਾਰ ਸੀ। ਕਈ ਸਦੀਆਂ ਪਹਿਲਾਂ ਬੁੱਧ ਮਤ, ਜੈਨ ਮਤ, ਨਾਥ, ਜੋਗੀ ਆਦਿ ਬ੍ਰਾਹਮਣੀ ਜੁੱਲੇ ਤੋਂ ਮੁਕਤੀ ਪ੍ਰਾਪਤ ਕਰ ਚੁੱਕੇ ਸਨ। ਇਸ ਸਮੇਂ ਹੇਠਲੀਆਂ ਜਾਤਾਂ ਵਿੱਚੋਂ ਕਈ ਮਹਾਪੁਰਸ਼ ਪੈਦਾ ਹੋਏ, ਜਿਨ੍ਹਾਂ ਨੇ ਆਪਣੇ ਕਿਰਦਾਰ ਨਾਲ ਇਹ ਸਿੱਧ ਕਰ ਦਿੱਤਾ ਕਿ ਪ੍ਰਾਣੀ ਜਨਮ ਕਰਕੇ ਨਹੀਂ, ਆਪਣੇ ਕਰਮਾਂ ਕਰਕੇ ਉੱਚਾ ਹੁੰਦਾ ਹੈ। ਭਗਤੀ ਹਰ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ। ਇਹ ਮਨੁੱਖ ਨੂੰ ਸ੍ਰੇਸ਼ਟ ਬਣਾ ਦਿੰਦੀ ਹੈ। ਇਹਨਾਂ ਮਹਾਂਪੁਰਖਾਂ ਦੁਆਰਾ ਚਲਾਈ ਗਈ ਲਹਿਰ ਨੂੰ ਭਗਤੀ ਲਹਿਰ ਕਰਕੇ ਜਾਣਿਆ ਜਾਂਦਾ ਸੀ, ਜਿਸ ਦਾ ਆਧਾਰ ਭਗਤੀ ਭਾਵਨਾ ਸੀ ਅਤੇ ਜੋ ਨਿਰੋਲ ਭਾਰਤੀ ਅਤੇ ਦੇਸੀ ਸੀ। ਇਹ ਲਹਿਰ ਅਸਲ ਵਿੱਚ ਬ੍ਰਾਹਮਣਵਾਦ ਦੇ ਸੁੱਕੇ ਫਲਸਫੇ ਵਿਰੁੱਧ ਪ੍ਰਤੀਕਰਮ ਦੇ ਫਲਸਰੂਪ ਸਾਹਮਣੇ ਆਈ ਸੀ। ਇਸ ਲਹਿਰ ਦੇ ਆਗੂਆਂ ਨੇ ਕਾਜ਼ੀਆਂ ਅਤੇ ਬ੍ਰਾਹਮਣਾਂ ਦੇ ਕਿਰਦਾਰ ਦੀ ਇੱਕੋ ਜਿੰਨੀ ਨਿਖੇਧੀ ਕੀਤੀ। ਵਿਅਕਤੀਗਤ ਮਨ ਦੀ ਸੁਤੰਤਰਤਾ, ਸੱਚ ਦੀ ਤਲਾਸ਼, ਰੀਤੀ ਰਿਵਾਜਾਂ ਦੀ ਪੁੱਛ ਪੜਤਾਲ, ਜਾਤ ਪਾਤ ਦੀ ਨਿਖੇਧੀ ਅਤੇ ਔਰਤ ਦੀ ਰੂਹਾਨੀ ਸ਼ਕਤੀ ਦੇ ਆਦਰਸ਼ ਇਸ ਲਹਿਰ ਦੇ ਵੱਡੇ ਆਸ਼ੇ ਸਨ। ਗੁਰੂ ਅਰਜਨ ਦੇਵ ਜੀ ਨੇ ਭਗਤ ਕਬੀਰ ਜੀ ਤੋਂ ਬਿਨਾਂ ਹੋਰ ਕਈ ਭਗਤਾਂ, ਭਗਤ ਨਾਮਦੇਵ, ਭਗਤ ਰਵਿਦਾਸ, ਭਗਤ ਰਾਮਾਨੰਦ, ਭਗਤ ਪਰਮਾਨੰਦ, ਭਗਤ ਤਰਲੋਚਨ, ਭਗਤ ਧੰਨਾ, ਭਗਤ ਬੈਣੀ, ਭਗਤ ਸੈਣ, ਭਗਤ ਜੈਦੇਵ, ਭਗਤ ਪੀਪਾ, ਭਗਤ ਸਦਨਾ, ਭਗਤ ਸੂਰਦਾਸ ਇਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ, ਕਿਉਂਕਿ ਭਗਤਾਂ ਦੁਆਰਾ ਸੁਝਾਇਆ ਗਿਆ ਮੁਕਤੀ ਦਾ ਰਾਹ ਗੁਰਮਤਿ ਨਾਲ ਮੇਲ ਖਾਂਦਾ ਸੀ। ਭਗਤ ਕਬੀਰ ਜੀ ਦੀ ਜੀਵਨ ਕਥਾ ਕਾਲਪਨਿਕ ਕਹਾਣੀਆਂ ਦੇ ਮਿਸ਼ਰਣ ਨਾਲ ਇੰਨੀ ਧੁੰਦਲੀ ਹੋ ਗਈ ਹੈ ਕਿ ਅਸਲੀਅਤ ਦੀ ਪਛਾਣ ਬੜੀ ਕਠਿਨ ਹੈ। ਪਰ ਉਹਨਾਂ ਦੀ ਬਾਣੀ ਇੱਕ ਅਜਿਹਾ ਸੋਮਾ ਹੈ ਜਿਸ ਵਿੱਚ ਉਹਨਾਂ ਦੀ ਪਰਪੱਕ ਵਿਚਾਰਧਾਰਾ ਅਤੇ ਅਦੁੱਤੀ ਸ਼ਖਸੀਅਤ ਦਾ ਪਤਾ ਲੱਗਦਾ ਹੈ। ਗੁਰੂ ਅਮਰਦਾਸ ਜੀ ਦੇ ਅਨੁਸਾਰ ਭਗਤ ਕਬੀਰ ਜੀ ਨੂੰ ਮੁਕਤਪਦ ਪਦਾਰਥ ਸੀ। ਉਹਨਾਂ ਦਾ ਇਹ ਕਥਨ ਇਸ ਗੱਲ ਦੀ ਸਾਧੀ ਭਰਦਾ ਹੈ, ਨਾਮਾ ਸ਼ੀਂਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ। ਭਗਤ ਰਵਿਦਾਸ ਜੀ ਅਨੁਸਾਰ ਆਪ ਨੇ ਆਪਣੀ ਸਰੀਅਤ ਪਸੰਦ ਪਿਤਾ ਪੁਰਖੀ ਤੋਂ ਪਰੇ ਹਟ ਕੇ ਉੱਚੀ ਰਹਿਣੀ ਅਤੇ ਪ੍ਰਭੂ ਭਗਤੀ ਦੁਆਰਾ 3 ਲੋਕਾਂ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਭਗਤ ਕਬੀਰ ਜੀ ਸੁਤੰਤਰ ਵਿਅਕਤੀਤਵ ਦੇ ਮਾਲਕ ਸਨ। ਬ੍ਰਾਹਮਣੀ ਆਚਾਰ ਦੀ ਨਿਰਾਰਥਕ ਪੂਜਾ, ਸੰਸਕਾਰਾਂ ਦੀ ਵਿਚਾਰਹੀਣ ਗੁਲਾਮੀ, ਕਿਸੇ ਸੰਪਰਦਾਇ ਨਾਲ ਬੱਝ ਕੇ ਰਹਿਣਾ ਉਹਨਾਂ ਨੂੰ ਪਸੰਦ ਨਹੀਂ ਸੀ। ਮਾਨਵ ਦੀ ਸੁਤੰਤਰਤਾ ਲਈ ਉਹ ਨਿਰੰਤਰ ਸੰਘਰਸ਼ਸ਼ੀਲ ਰਹੇ। ਉਹਨਾਂ ਦਾ ਆਦਰਸ਼ ਬਿਨਾਂ ਜਾਤ, ਕੁੱਲ ਜਾਂ ਪਦਵੀ ਦਾ ਖਿਆਲ ਕੀਤਿਆਂ ਸਨਮਾਨ ਮਰਿਆਦਾ ਦਾ ਪ੍ਰਗਟਾਵਾ ਕਰਨਾ ਸੀ। ਉਹਨਾਂ ਨੇ ਵਰਨ ਅਤੇ ਸੰਪਰਦਾਵਾਂ ਦੇ ਬੰਧਨ ਨੂੰ ਤੋੜਿਆ, ਮਾਨਵ ਨੂੰ ਸੁਤੰਤਰ ਵਾਤਾਵਰਨ ਦਿੱਤਾ ਅਤੇ ਉਸ ਨੂੰ ਇੱਕੋ ਜਿਹਾ ਸਨਮਾਨ ਦੇਣ ਦੀ ਪ੍ਰੇਰਨਾ ਦੇ ਕੇ ਮਹਾਤਮਾ ਬੁੱਧ ਦੇ ਅਧੂਰੇ ਕੰਮ ਨੂੰ ਪੂਰਾ ਕੀਤਾ। ਪ੍ਰਸਿੱਧ ਇਤਿਹਾਸਿਕ ਪੁਸਤਕ ਆਇਨੇ ਅਕਬਰੀ ਅਨੁਸਾਰ ਉਹ ਪੱਕੇ ਅਦਵੈਤਵਾਦੀ ਸਨ।
ਉਹਨਾਂ ਨੇ ਧਰਮ ਤੋਂ ਭਿੰਨ ਹੋਰ ਕਿਸੇ ਨੂੰ ਪਰਮ ਸੱਤਾ ਨਹੀਂ ਮੰਨਿਆ ਅਤੇ ਸਰਬ ਵਿਆਪੀ ਨਿਰਾਕਾਰ ਦੀ ਉਪਾਸਨਾ ਕੀਤੀ। ਇਹ ਸੰਦਰਭ ਵਿੱਚ ਇੱਕ ਗੱਲ ਵਿਸ਼ੇਸ਼ ਹੈ ਕਿ ਉਹਨਾਂ ਨੇ ਆਪਣੇ ਗੁਰੂ ਰਾਮਾਨੰਦ ਨੂੰ ਵੀ ਅਵਤਾਰ ਪੂਜਾ ਤੋਂ ਹਟਾ ਕੇ ਸ਼ਬਦ ਮਾਰਗੀ ਬਣਾਇਆ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮਾਨੰਦ ਦਾ ਇੱਕ ਸ਼ਬਦ ਹੈ ਜਿਸ ਵਿੱਚ ਉਹਨਾਂ ਨੇ ਇਸ ਤਬਦੀਲੀ ਦਾ ਵਰਣਨ ਕੀਤਾ ਹੈ ਅਤੇ ਉਹ ਬਾਹਰਲੀ ਪਾਠ ਪੂਜਾ ਦਾ ਖੰਡਨ ਤੇ ਪਰਮ ਹਕੀਕਤ ਨੂੰ ਅੰਦਰੋਂ ਲੱਭਣ ਦੇ ਆਸ਼ੇ ਦਾ ਮੰਡਨ ਕਰਦੇ ਹਨ। ਕਬੀਰ ਕੱਪੜਾ ਬੁਣਨ ਵਾਲਾ ਇੱਕ ਕਿਰਤੀ ਜਲਾਹਾ ਸੀ, ਪਰ ਉਸਨੇ ਆਪਣੇ ਮਜ਼ਦੂਰ ਜੀਵਨ ਨੂੰ ਆਪਣੀ ਰੂਹਾਨੀ ਜ਼ਿੰਦਗੀ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ। ਡਾਕਟਰ ਸਤਨਾਮ ਸਿੰਘ ਸ਼ਰਮਾ ਅਨੁਸਾਰ ਭਗਤ ਕਬੀਰ ਜੀ ਇੱਕ ਪਾਸੇ ਨਿਰਅੱਖਰ ਭੱਟਾਚਾਰੀਆ ਸੀ ਜਿਸ ਨੇ ਸਿਆਹੀ ਔਰ ਕਾਗਜ਼ ਨੂੰ ਛੂਹਿਆ ਤੱਕ ਨਹੀਂ ਸੀ, ਤੇ ਦੂਜੇ ਪਾਸੇ ਉਹ ਗਿਆਨ, ਪ੍ਰੇਮ, ਅਨੁਭੂਤੀ ਦਾ ਅਗਾਧ ਭੰਡਾਰ ਸੀ। ਸਾਹਸ ਅਤੇ ਸ਼ਕਤੀ ਵਿੱਚ ਉਹ ਬੇਜੋੜ ਸਨ। ਉਹਨਾਂ ਨੇ ਰੂੜੀਵਾਦ ਦਾ ਖੰਡਨ ਕੀਤਾ। ਇਸ ਖੰਡਨ ਵਿੱਚ ਹਿੰਦੂਆਂ ਦੀ ਮੂਰਤੀ ਪੂਜਾ, ਅਵਤਾਰਵਾਦ ਅਤੇ ਮੁਸਲਮਾਨਾਂ ਦਾ ਪੈਗੰਬਰ, ਰੋਜ਼ਾ, ਨਮਾਜ਼, ਕੁਰਬਾਨੀ ਆਦਿ ਸਭ ਕੁਝ ਆ ਜਾਂਦਾ ਹੈ। ਭਗਤ ਕਬੀਰ ਨੇ ਆਪਣੀ ਰਿਹਾਇਸ਼ ਬਨਾਰਸ ਅਤੇ ਇਸ ਦੇ ਆਲੇ ਦੁਆਲੇ ਇਲਾਕੇ ਵਿੱਚ ਰੱਖੀ। ਇੱਕ ਵਾਰ ਆਪ ਨੂੰ ਸਿਕੰਦਰ ਲੋਧੀ ਨੇ ਇੱਕ ਹਮਲੇ ਸਮੇਂ ਗ੍ਰਿਫਤਾਰ ਕਰ ਲਿਆ ਅਤੇ ਆਪ ਨੂੰ ਬਹੁਤ ਕਸ਼ਟ ਦਿੱਤੇ। ਭਗਤ ਕਬੀਰ ਨੇ ਆਪਣੇ ਇੱਕ ਸ਼ਬਦ ਵਿੱਚ ਇਸ ਗੱਲ ਦਾ ਸੰਕੇਤ ਦਿੱਤਾ ਹੈ। ਉਹਨਾਂ ਨੂੰ ਹਾਥੀ ਅੱਗੇ ਸੁੱਟਿਆ ਗਿਆ, ਪਰ ਹਾਥੀ ਡਰ ਕੇ ਭੱਜ ਗਿਆ। ਇਸ ਚਮਤਕਾਰ ਨੂੰ ਵੇਖ ਕੇ ਰਾਜੇ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ। ਆਪ 120 ਸਾਲ ਦੀ ਉਮਰ ਭੋਗ ਕੇ 1518 ਈਸਵੀ ਵਿੱਚ ਮਗਹਰ ਨਗਰ ਵਿਖੇ ਕਾਲ ਚਲਾਣਾ ਕਰ ਗਏ। ਜੀਵਨ ਦੇ ਆਖਰੀ ਹਿੱਸੇ ਵਿੱਚ ਆਪ ਇੱਥੇ ਇਸ ਮਾਨਤਾ ਨੂੰ ਤੋੜਨ ਲਈ ਆ ਵਸੇ ਸਨ ਕਿ ਮਗਹਰ ਵਿੱਚ ਪ੍ਰਾਣ ਤਿਆਗਣ ਵਾਲਾ ਖੋਤੇ ਦੀ ਜੂਨ ਵਿੱਚ ਪੈ ਜਾਂਦਾ ਹੈ। ਆਪ ਜੀ ਦੇ ਨਾਮ ਨੇ ਇੱਕ ਕਬੀਰ ਪੰਥ ਵੀ ਚਲਾਇਆ, ਜਿਸ ਵਿੱਚ ਬਹੁਤਾ ਕਰਕੇ ਨੀਵੀਆਂ ਜਾਤਾਂ ਦੇ ਲੋਕ ਸ਼ਾਮਲ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪ ਜੀ ਦੇ ਸ਼ਬਦਾਂ, ਪੌੜੀਆਂ ਅਤੇ ਸ਼ਲੋਕਾਂ ਦੀ ਕੁੱਲ ਗਿਣਤੀ 532 ਹੈ। ਆਦਿ ਗ੍ਰੰਥ ਤੋਂ ਬਾਹਰ ਆਪ ਜੀ ਦੀ ਕਾਫੀ ਰਚਨਾ ਮਿਲਦੀ ਹੈ। ਭਗਤ ਕਬੀਰ ਨੇ ਆਪਣੀ ਰਚਨਾ ਵਿੱਚ ਸੰਸਾਰ, ਮਾਇਆ, ਰੱਬ ਅਤੇ ਮਨੁੱਖ ਦੇ ਆਪਸੀ ਸੰਬੰਧਾਂ ਦੀ ਇਸ ਤਰ੍ਹਾਂ ਵਿਆਖਿਆ ਕੀਤੀ ਹੈ ਜਿਸ ਨਾਲ ਉਹਨਾਂ ਦੀ ਇਹ ਕਿਰਤ ਮਨੁੱਖ ਅਤੇ ਮਨੁੱਖੀ ਸਮਾਜ ਲਈ ਸਾਰਥਕ ਅਤੇ ਲਾਹੇਵੰਦ ਬਣ ਗਈ ਹੈ। ਕਬੀਰ ਬਾਣੀ ਵਿੱਚੋਂ ਮਨੁੱਖ ਦੇ ਮੂਲ ਸਰੋਕਾਰ, ਪਰਮਾਤਮਾ ਦੀ ਪ੍ਰਾਪਤੀ ਤੇ ਇਸ ਨਾਲ ਸੰਬੰਧਿਤ ਅਧਿਆਤਮਿਕਤਾ, ਮਾਨਵੀ ਹਸਤੀ ਦਾ ਸੰਕਟ ਅਤੇ ਇਸ ਦਾ ਸਮਾਧਾਨ, ਮਾਨਵ ਪਰਿਵਰਤਨ, ਨਵੇਂ ਮਨੁੱਖ ਦੀ ਸਿਰਜਣਾ, ਮਨੁੱਖੀ ਜੀਵਨ ਜਾਂਚ ਆਦਿ ਵਿਸ਼ਿਆਂ ਦਾ ਨਿਖੇੜਾ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਦੇ ਆਧਾਰ ਤੇ ਉੱਤਮ ਮਾਨਵੀ ਸੱਭਿਆਚਾਰ ਦੇ ਉਘੜਵੇਂ ਪੱਖਾਂ ਨੂੰ ਨਿਹਾਰਿਆ ਜਾ ਸਕਦਾ ਹੈ। ਇਹਨਾਂ ਸਾਰੇ ਪੱਖਾਂ ਬਾਰੇ ਵੇਰਵੇ ਸਹਿਤ ਚਰਚਾ ਹੇਠਾਂ ਲਿਖੇ ਢੰਗ ਨਾਲ ਕੀਤੀ ਜਾਂਦੀ ਹੈ। ਸੰਸਾਰ ਦਾ ਸੰਕਲਪ। ਅਧਿਆਤਮਿਕਵਾਦੀਆਂ ਵਿੱਚ ਸਦਾ ਇਹ ਦਿਲਚਸਪੀ ਰਹੀ ਹੈ ਕਿ ਸੰਸਾਰ ਦੀ ਅਨੇਕਤਾ ਪਿੱਛੇ ਇਕਸੁਰ ਕਰਨ ਵਾਲੀ ਹਕੀਕਤ ਹੈ। ਕਬੀਰ ਜੀ ਲਈ ਸੰਸਾਰ ਰੱਬ ਤੋਂ ਭਿੰਨ ਨਹੀਂ ਹੈ। ਉਹ ਸੰਸਾਰ ਦੀ ਅਨੇਕਤਾ ਵਿੱਚੋਂ ਰੱਬ ਦੇ ਦੀਦਾਰ ਕਰਦਾ ਹੈ। ਉਹ ਆਖਦਾ ਹੈ ਕਿ ਰੱਬ ਜਗਤ ਦਾ ਤਮਾਸ਼ਾ ਲਗਾਉਣ ਵਾਲਾ ਬਾਜੀਗਰ ਹੈ। ਜਦੋਂ ਉਹ ਆਪਣੇ ਸਵਾਂਗ ਨੂੰ ਸਮੇਟ ਲੈਂਦਾ ਹੈ, ਫਿਰ ਉਹ ਆਪਣੇ ਆਪ ਸੁੰਨ ਹੋ ਕੇ ਬੈਠ ਜਾਂਦਾ ਹੈ। ਇਹ ਸੰਸਾਰ ਇੱਕ ਜਾਦੂ ਜਿਹਾ ਹੈ ਜਿਸ ਦੀ ਅਸਲੀਅਤ ਕੁਝ ਹੋਰ ਹੈ, ਪਰ ਦੇਖਣ ਵਿੱਚ ਬੜਾ ਮਨਮੋਹਕ ਜਾਪਦਾ ਹੈ। ਇਸ ਨਾਲ ਲਗਾਅ ਪੈਦਾ ਕਰਕੇ ਕਿਸੇ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ। ਦ੍ਰਿਸ਼ਟਮਾਨ ਜਗਤ ਮਾਇਆ ਦਾ ਪ੍ਰਪੰਚ ਹੈ, ਇਸ ਲਈ ਇਹ ਮਿੱਥਿਆ ਹੈ। ਸੰਸਾਰ ਚੱਲਦੀ ਸਰਾਹ ਹੈ ਜਿੱਥੇ ਸਦੀਵੀ ਕਾਲ ਕੋਈ ਨਹੀਂ ਰਹਿ ਸਕਦਾ। ਜਿਹੜਾ ਸਿੱਧੇ ਰਸਤੇ ਤੇ ਨਹੀਂ ਚੱਲਦਾ ਉਸ ਨੂੰ ਧੱਕੇ ਖਾਣੇ ਪੈਂਦੇ ਹਨ। ਬਾਲਕ, ਬਜ਼ੁਰਗ, ਜਵਾਨ ਸਭ ਨੂੰ ਜੰਮ ਲੈ ਕੇ ਜਾਂਦਾ ਹੈ। ਬਲਵਾਨ ਮੌਤ, ਰਾਜਾ, ਪਰਜਾ, ਧਨਵਾਨ, ਨਿਰਧਨ ਸਭ ਨੂੰ ਮਾਰਦੀ ਹੈ। ਸੰਸਾਰ ਦੀ ਨਾਸ਼ਮਾਨਤਾ ਦਾ ਇਹ ਭਾਵ ਭਗਤ ਕਬੀਰ ਜੀ ਨੂੰ ਨਿਰਾਸ਼ ਨਹੀਂ ਕਰਦਾ। ਇਸੇ ਕਰਕੇ ਉਹ ਆਖਦੇ ਹਨ ਕਿ ਰੱਬ ਦੇ ਸੇਵਕ ਮੌਤ ਨੂੰ ਜਿੱਤ ਲੈਂਦੇ ਹਨ। ਉਹ ਆਵਾਗਮਨ ਤੋਂ ਸੁਤੰਤਰ ਹੋ ਜਾਂਦੇ ਹਨ। ਉਹ ਮਰਦੇ ਨਹੀਂ। ਉਹ ਪੁੱਤਰ, ਪਤਨੀ, ਧਨ, ਪਦਾਰਥਾਂ ਆਦਿ ਦਾ ਮੋਹ ਤਿਆਗ ਦਿੰਦੇ ਹਨ। ਇਹਨਾਂ ਤੋਂ ਸੁਤੰਤਰ ਹੋ ਕੇ ਅਸੀਮ ਪਰਮਾਤਮਾ ਨਾਲ ਇਕਸੁਰ ਹੋ ਜਾਂਦੇ ਹਨ। ਮਾਇਆ ਦਾ ਸੰਕਲਪ। ਭਗਤ ਕਬੀਰ ਨੇ ਮਾਇਆ ਨੂੰ ਇੱਕ ਬਲਵਾਨ ਸ਼ਕਤੀ ਦੇ ਰੂਪ ਵਿੱਚ ਚਿਤਵਿਆ ਹੈ ਜਿਸ ਨੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਵੀ ਛਲ ਲਏ ਹਨ। ਤਿੰਨੇ ਲੋਕ ਇਸ ਸਰਪਣੀ ਦੇ ਡੰਗੇ ਹੋਏ ਹਨ। ਇਹ ਜੀਵਾਂ ਨੂੰ ਭੜਕਾਉਣ ਵਾਲੀ ਅਤੇ ਲਾਲਚ ਵਿੱਚ ਫਸਾਉਣ ਵਾਲੀ ਹੈ। ਇਸ ਵਿੱਚ ਗਲਤਾਨ ਵਿਅਕਤੀ ਅੰਤ ਅਤੇ ਬਰਬਾਦ ਹੋ ਜਾਂਦਾ ਹੈ। ਮਾਇਆ ਜੀਵਾਂ ਨੂੰ ਭੁਲਾ ਕੇ ਮੌਤ ਦੇ ਦਰ ਤੇ ਪਹੁੰਚਾ ਦਿੰਦੀ ਹੈ। ਮਾਇਆ ਸਦਾ ਸੁਹਾਗਣ ਨਾਰ ਹੈ। ਇਸ ਨੂੰ ਹਰ ਮਨੁੱਖ ਆਪਣੀ ਇਸਤਰੀ ਬਣਾ ਕੇ ਰੱਖਣਾ ਚਾਹੁੰਦਾ ਹੈ। ਜੇਕਰ ਇਸ ਦਾ ਮਾਲਕ ਮਨੁੱਖ ਮਰ ਜਾਂਦਾ ਹੈ ਤਾਂ ਇਹ ਮਾਇਆ ਰੋਂਦੀ ਨਹੀਂ, ਕਿਉਂਕਿ ਇਸ ਦਾ ਕੋਈ ਹੋਰ ਰਾਖਾ ਪੈਦਾ ਹੋ ਜਾਂਦਾ ਹੈ।
ਮਨੁੱਖ ਮਾਇਕ ਪਦਾਰਥਾਂ ਦੇ ਭੋਗ ਰਾਹੀਂ ਨਰਕ ਸਹੇੜ ਲੈਂਦਾ ਹੈ। ਮਾਇਆ ਨੂੰ ਵੇਖ ਕੇ ਸੰਸਾਰ ਖੁਸ਼ ਹੁੰਦਾ ਹੈ, ਪਰ ਸੰਤਾਂ ਨੂੰ ਇਹ ਜ਼ਹਿਰ ਵਾਂਗ ਲੱਗਦੀ ਹੈ। ਇਹ ਹਮੇਸ਼ਾ ਬੇਸਵਾ ਵਾਂਗ ਸ਼ਿੰਗਾਰ ਕਰੀ ਰੱਖਦੀ ਹੈ, ਪਰ ਸੰਤਾਂ ਦੀ ਫਟਕਾਰੀ ਹੋਈ ਉਹਨਾਂ ਤੋਂ ਪਰੇ ਰਹਿੰਦੀ ਹੈ। ਸੰਤਾਂ ਨੂੰ ਇਹ ਗਰਸਣ ਦੀ ਕੋਸ਼ਿਸ਼ ਕਰਦੀ ਹੈ, ਪਰ ਇਹ ਸਫਲ ਨਹੀਂ ਹੁੰਦੀ, ਕਿਉਂਕਿ ਉਹਨਾਂ ਉੱਪਰ ਗੁਰੂ ਦੀ ਮਿਹਰ ਹੁੰਦੀ ਹੈ। ਮਾਇਆ ਤੋਂ ਬਿਨਾਂ ਗ੍ਰਹਿਸਤੀਆਂ, ਤਪੀਆਂ ਅਤੇ ਤਿਆਗੀਆਂ ਕਿਸੇ ਦਾ ਵੀ ਨਿਰਵਾਹ ਨਹੀਂ ਹੋ ਸਕਦਾ। ਇਹ ਮਨੁੱਖ ਦੀ ਜੀਵਨ ਸਾਥਣ ਹੈ। ਜਦ ਤੱਕ ਮਨੁੱਖ ਦੇ ਅੰਦਰ ਜਿੰਦ ਹੈ, ਇਹ ਉਸ ਦੇ ਨਾਲ ਰਹਿੰਦੀ ਹੈ। ਜਿੰਦ ਨਿਕਲਦਿਆਂ ਹੀ ਉਸ ਦਾ ਸਾਥ ਛੱਡ ਜਾਂਦੀ ਹੈ। ਮਾਇਆ ਮਨੁੱਖ ਅਤੇ ਰੱਬ ਦੇ ਸੰਬੰਧਾਂ ਨੂੰ ਤੋੜਦੀ ਹੈ। ਇਹ ਸ਼ੈਤਾਨ ਦਾ ਰੂਪ ਹੈ। ਰੱਬ ਦੀ ਯਾਦ ਭੁਲਾ ਕੇ ਮਨੁੱਖ ਨੂੰ ਕਰਾਹੇ ਪਾ ਦਿੰਦੀ ਹੈ। ਇਸ ਲਈ ਮਾਇਕ ਪਦਾਰਥਾਂ ਵਿੱਚ ਲੱਗੇ ਹੋਏ ਵਿਅਕਤੀ ਨੂੰ ਕਬੀਰ ਲਾਹਨਤਾਂ ਪਾਉਂਦੇ ਹਨ। ਮਾਇਕ ਦੌੜ ਇੱਕ ਨਾਟਕ ਹੈ, ਜਿਸ ਵਿੱਚ ਗਲਤਾਨ ਵਿਅਕਤੀ ਅੰਤ ਵਿੱਚ ਮੌਤ ਦੀ ਗੋਦ ਵਿੱਚ ਸਾਂਭੇ ਜਾਂਦੇ ਹਨ। ਕਬੀਰ ਇਸੇ ਲਈ ਅਰਦਾਸ ਕਰਦੇ ਹਨ ਕਿ ਸਤਿਗੁਰੂ ਆਪਣੇ ਸ਼ਬਦ ਦੁਆਰਾ ਇਸ ਨੂੰ ਕਾਬੂ ਵਿੱਚ ਰੱਖਣ। ਕਬੀਰ ਦਾ ਉਪਰੋਕਤ ਮਾਇਆ ਦਾ ਸੰਕਲਪ ਵਿਅਕਤੀ ਨੂੰ ਨਵੀਂ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ ਤੇ ਉਸ ਨੂੰ ਇਸ ਦੇ ਇਕੱਠਾ ਕਰਨ ਵਿੱਚ ਵਰਤੇ ਜਾਂਦੇ ਅਨੈਤਿਕ ਵਤੀਰੇ ਨੂੰ ਤਿਆਗਣ ਲਈ ਪ੍ਰੇਰਦੇ ਹਨ। ਪਰਮਾਤਮਾ ਦਾ ਸੰਕਲਪ। ਕਬੀਰ ਜੀ ਨਿਰਗੁਣ ਧਾਰਾ ਦੇ ਭਗਤ ਹਨ। ਉਹਨਾਂ ਦਾ ਵਿਸ਼ਵਾਸ ਹੈ ਕਿ ਪਰਮਾਤਮਾ ਜਨਮ ਮਰਨ ਤੋਂ ਰਹਿਤ ਹੈ। ਉਹਨਾਂ ਨੇ ਪਰਮਾਤਮਾ ਨੂੰ ਨਿਰੰਜਨ ਦੇ ਨਾਮ ਨਾਲ ਯਾਦ ਕੀਤਾ ਹੈ ਅਤੇ ਕਿਹਾ ਹੈ ਕਿ ਮੇਰਾ ਸੁਆਮੀ ਐਸਾ ਹੈ ਜਿਸ ਦਾ ਕੋਈ ਮਾਂ-ਬਾਪ ਨਹੀਂ ਹੈ। ਉਹ ਸਰਬ ਵਿਆਪਕ ਹੈ। ਹਿੰਦੂ ਮੁਸਲਮਾਨ ਦੋਹਾਂ ਵਿੱਚ ਬੁਨਿਆਦੀ ਹਕੀਕਤ ਦੇ ਸਮਾਨ ਵਰਤਦਾ ਹੈ। ਪ੍ਰਸਿੱਧ ਅਧਿਆਤਮਵਾਦੀ ਬੇਲਜ 600 BC ਅਨੁਸਾਰ ਬੁਨਿਆਦੀ ਹਕੀਕਤ ਇੱਕ ਹੈ, ਇਸ ਦੀ ਅਨੇਕਤਾ ਭੁਲੇਖਾ ਹੈ। ਭਗਤ ਕਬੀਰ ਜੀ ਨੇ ਰੱਬ ਨੂੰ ਇੱਕੋ ਇੱਕ ਅਸਲੀਅਤ ਦੱਸਦਿਆਂ ਹੋਇਆਂ ਅਵਤਾਰਵਾਦ ਦਾ ਖੰਡਨ ਕੀਤਾ ਅਤੇ ਸ਼ਕਤੀਸ਼ਾਲੀ ਸੁਰ ਵਿੱਚ ਆਖਿਆ ਹੈ, ਇੱਕੋ ਇੱਕ ਪਰਮ ਸ਼ਕਤੀ ਦੇ ਦੁਆਰੇ ਉੱਪਰ ਕਰੋੜਾਂ ਸੂਰਜ ਰੋਸ਼ਨੀ ਦੇ ਰਹੇ ਹਨ। ਕਰੋੜਾਂ ਦੇਵੀ ਦੇਵਤੇ ਉਸ ਦੀ ਪੂਜਾ ਅਰਚਨਾ ਕਰ ਰਹੇ ਹਨ। ਮੈਂ ਉਸ ਪ੍ਰਭੂ ਦੀ ਜਾਚਨਾ ਕਰਦਾ ਹਾਂ। ਮੇਰਾ ਕਿਸੇ ਵੀ ਦੇਵੀ ਦੇਵਤੇ ਨਾਲ ਵਾਸਤਾ ਨਹੀਂ ਹੈ। ਕਬੀਰ ਜੀ ਦੀ ਉਪਰੋਕਤ ਰੱਬ ਪ੍ਰਤੀ ਧਾਰਨਾ ਮਨੁੱਖੀ ਸਮਾਜ ਲਈ ਬੜੀ ਉਪਯੋਗੀ ਸਿੱਧ ਹੋਈ, ਕਿਉਂਕਿ ਬਹੁਤੇ ਵਿਵਾਦ ਮਨੁੱਖਾਂ ਨੂੰ ਵੱਖ-ਵੱਖ ਸੀਮਤ ਦਾਇਰਿਆਂ ਵਿੱਚ ਵੰਡਦਾ ਸੀ ਅਤੇ ਮਨੁੱਖ ਦੀ ਅਨੰਤ ਹੋਣ ਦੀ ਬੁਨਿਆਦੀ ਇੱਛਾ ਨੂੰ ਪੂਰੀਆਂ ਨਹੀਂ ਸੀ ਕਰਦਾ। ਜਰਮਨੀ ਦੇ ਪ੍ਰਸਿੱਧ ਧਰਮ ਸ਼ਾਸਤਰੀ ਯੂਰਵਿਚ ਅਨੁਸਾਰ ਮਨੁੱਖ ਦੀ ਮੂਲ ਪ੍ਰਵਿਰਤੀ ਉਸ ਦੀ ਸੀਮਤ ਹੋਣ ਦੀ ਚੇਤਨਾ ਹੈ। ਦੂਸਰੇ ਸ਼ਬਦਾਂ ਵਿੱਚ ਇਸ ਦਾ ਨਿਹਿਤ ਅਰਥ ਇਹ ਹੈ ਕਿ ਉਹ ਆਪਣੀ ਸੀਮਿਤਤਾ ਨੂੰ ਉਲੰਘ ਕੇ ਅਨੰਤ ਹੋਣਾ ਚਾਹੁੰਦਾ ਹੈ। ਪਰਮਾਤਮਾ ਮਨੁੱਖ ਲਈ ਉਸ ਦੀ ਅਨੰਤਤਾ ਦੀ ਦੈਵੀ ਸੰਭਾਵਨਾ ਦਾ ਪ੍ਰਤੀਕ ਬਣਦਾ ਹੈ। ਕਬੀਰ ਜੀ ਦੀ ਰੱਬ ਪ੍ਰਤੀ ਨਿਰਗੁਣਵਾਦੀ ਧਾਰਨਾ ਮਨੁੱਖ ਲਈ ਨਿਰੰਤਰ ਵਿਕਾਸ ਦਾ ਮਾਰਗ ਖੋਲ੍ਹਦੀ ਹੈ। ਮਨੁੱਖ ਦਾ ਮੂਲ ਸਰੋਕਾਰ ਪ੍ਰਮਾਤਮਾ ਦੀ ਪ੍ਰਾਪਤੀ। ਭਗਤ ਕਬੀਰ ਜੀ ਅਨੁਸਾਰ ਮਨੁੱਖ ਦਾ ਮੂਲ ਸਰੋਕਾਰ ਅਥਵਾ ਮੂਲ ਮਨੋਰਥ ਪ੍ਰਮਾਤਮਾ ਦੀ ਪ੍ਰਾਪਤੀ ਹੈ, ਜਿਸ ਦੀ ਪ੍ਰਤੱਖਤਾ ਲਈ ਜੰਗਲ ਜਾਣ ਦੀ ਲੋੜ ਨਹੀਂ, ਸਗੋਂ ਸੰਸਾਰ ਵਿੱਚ ਰਹਿ ਕੇ ਉਸ ਦੀ ਖੋਜ ਕਰਨੀ ਚਾਹੀਦੀ ਹੈ। ਭਗਤ ਕਬੀਰ ਜੀ ਨੇ ਪੰਡਤਾਂ ਅਤੇ ਜੋਗੀਆਂ ਦੇ ਅਰਥੋਂ ਟੁੱਟੇ ਕਰਮਕਾਂਡ ਦੀ ਨਿਖੇਧੀ ਕੀਤੀ ਅਤੇ ਪ੍ਰਭੂ ਪ੍ਰਾਪਤੀ ਲਈ ਨਾਮ ਜਪਣ ਦੀ ਸਹਿਜ ਰੀਤ ਅਪਣਾਉਣ ਤੇ ਜ਼ੋਰ ਦਿੱਤਾ। ਉਹਨਾਂ ਦੇ ਵਿਚਾਰ ਅਨੁਸਾਰ ਵੇਦ, ਪੁਰਾਣ ਆਦਿ ਦੇ ਪਾਠ ਵਿਅਰਥ ਹਨ, ਕਿਉਂਕਿ ਅਜਿਹੇ ਪਾਠ ਵਿਅਕਤੀ ਨੂੰ ਪ੍ਰਭੂ ਪ੍ਰਾਪਤੀ ਅਤੇ ਉਸ ਦੀ ਹਕੀਕਤ ਦਾ ਅਨੁਭਵ ਨਹੀਂ ਕਰਵਾਉਂਦੇ। ਸਵੈ ਪਛਾਣ ਰਾਹੀਂ ਪ੍ਰਭੂ ਪ੍ਰਾਪਤੀ ਦੀ ਸਮੱਸਿਆ ਵਿਅਕਤੀ ਦੇ ਆਪਣੇ ਮੂਲ ਦੀ ਪਛਾਣ ਨਾਲ ਜੁੜੀ ਹੋਈ ਹੈ। ਸਾਂਖ ਅਤੇ ਅਦਵੈਤਵਾਦੀਆਂ ਅਨੁਸਾਰ ਇੱਕ ਰਹੱਸਵਾਦੀ ਦਾ ਕਰਤੱਵ ਆਪਣੀ ਬੁਨਿਆਦੀ ਦਿਸ਼ਾ ਅਥਵਾ ਆਪਣੇ ਮੂਲ ਰੱਬ ਵਿੱਚ ਪਰਤਣਾ ਹੈ, ਆਪਣੀ ਮਾਨਵਤਾ ਅਤੇ ਵਿਅਕਤੀਗਤਾ ਦਾ ਨਾਸ਼ ਕਰਨਾ ਹੈ। ਇਸ ਸੰਦਰਭ ਵਿੱਚ ਭਗਤ ਕਬੀਰ ਜੀ ਵਿਅਕਤੀ ਦੀ ਮੂਲ ਹਸਤੀ ਨੂੰ ਪ੍ਰਭੂ ਦੀ ਅੰਸ਼ ਤੋਂ ਬਿਨਾਂ ਹੋਰ ਕਿਸੇ ਵੀ ਦੁਨਿਆਵੀ ਹਸਤੀ ਦੇ ਅਨੁਰੂਪ ਨਹੀਂ ਮੰਨਦੇ। ਉਹਨਾਂ ਦੀ ਬਾਣੀ ਵਿੱਚ ਦਰਜ ਹੈ, ਨਾ ਇਹੋ ਮਾਨਸ ਨਾ ਇਹ ਦੇਉ, ਨਾ ਇਹੋ ਜਤੀ ਕਹਾਵੇ ਸੇਉ, ਨਾ ਇਹੋ ਜੋਗੀ ਨਾ ਅਵਤੂਤਾ, ਨਾ ਇਸ ਮਾਏ ਨਾ ਕਾਹੂ ਪੂਤਾ। ਸੰਸਾਰਕ ਏਕਤਾ ਦਾ ਵਿਘਨਕਾਰੀ ਸਰੂਪ ਸੰਸਾਰਕ ਅਨੇਕਤਾ ਵੱਲੋਂ ਹਮੇਸ਼ਾ ਇਹ ਖਤਰਾ ਬਣਿਆ ਰਹਿੰਦਾ ਹੈ ਕਿ ਉਹ ਵਿਅਕਤੀ ਨੂੰ ਆਪਣੇ ਮੂਲ ਰੂਪ ਤੋਂ ਨਿਖੇੜ ਨਾ ਦੇਵੇ। ਇਸ ਖਤਰੇ ਤੋਂ ਬਚਣ ਲਈ ਭਗਤ ਕਬੀਰ ਜੀ ਸਪਸ਼ਟ ਤੌਰ ਤੇ ਆਖਦੇ ਹਨ ਕਿ ਪ੍ਰਭੂ ਅਨੇਕ ਰੂਪ ਧਾਰ ਕੇ ਸਾਰੇ ਜੀਵਾਂ ਵਿੱਚ ਵਿਆਪਕ ਹੈ। ਇੱਕ ਸੂਫੀ ਫਕੀਰ ਕਰੀਮ ਜੀਲ ਦਾ ਕਥਨ ਹੈ ਕਿ ਹਸਤੀ ਸਿਰਫ ਇੱਕ ਹੈ, ਸਾਰੇ ਦਿਸਦੇ ਫਰਕ ਹਕੀਕਤ ਅਤੇ ਦਸਤੂਰ ਪੱਖ ਤੋਂ ਪ੍ਰਗਟਾਵੇ ਹਨ। ਜਿਵੇਂ ਉਹਨਾਂ ਦੀ ਬਾਣੀ ਵਿੱਚ ਦਰਜ ਹੈ, ਸੋ ਬ੍ਰਹਿਮੰਡ ਪਿੰਡ ਸੋ ਜਾਨ, ਮਾਨ ਸਰੋਵਰ ਕਰ ਇਸ਼ਨਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਮਿਲਦੇ ਹਾਂ ਦੋਸਤੋ ਅਗਲੇ ਭਾਗ ਵਿੱਚ। ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਧੰਨਵਾਦ।